ਵੈਲਕਮ 9th ਕਲਾਸ। ਇਹ ਆਪਣੀ ਦਸੰਬਰ ਐਗਜ਼ਾਮ ਦੀ ਵੀਡੀਓ ਹੈ। ਜਿਹੜਾ ਤੁਹਾਡਾ 21 ਤਰੀਕ ਨੂੰ ਪੇਪਰ ਹੈ ਉਹਦੇ ਲਈ 1 ਨੰਬਰ ਦੇ 32 ਨੰਬਰ ਦੇ 1 ਨੰਬਰ ਦੇ ਕੁਐਸਚਨ ਆਣੇ ਹੈ। ਤਾਂ ਉਹਦੀ ਜਿਹੜੀ ਮੇਨ ਲੈਸਨ ਵਾਈਜ਼ ਤੁਸੀਂ ਦੇਖ ਲਓ। ਪਹਿਲਾ ਸਵਾਲ ਹੈ, ਵਰਗਮੂਲ 225 ਇੱਕ ਪ੍ਰਮੇय ਸੰਖਿਆ ਹੈ। ਅਸੀਂ ਕਿਵੇਂ ਪਤਾ ਕਰ ਸਕਦੇ ਹਾਂ ਵਰਗਮੂਲ ਵਾਲੀ ਸੰਖਿਆ? ਇਹ ਵਰਗਮੂਲ ਦਾ ਨਿਸ਼ਾਨ ਹੈ ਕਿ ਇੱਦਾਂ ਦੀ ਕਿਹੜੀ ਸੰਖਿਆ ਪ੍ਰਮੇय ਹੁੰਦੀ, ਕਿਹੜੀ ਅਪਰਮੇय। ਦੇਖੋ ਜਿਵੇਂ ਵਰਗਮੂਲ 225 ਹੈ, ਇਹ ਪ੍ਰਮੇय ਹੈ। ਕਿਉਂ ਹੈ? ਕਿਉਂਕਿ ਇਹਨੂੰ ਅੰਦਰ ਦੋ ਸੇਮ ਰਕਮਾਂ ਦੇ ਗੁਣਾ ਵਿੱਚ ਲਿਖਿਆ ਜਾ ਸਕਦਾ ਹੈ। ਜਿਵੇਂ 15 ਗੁਣਾ 15 ਹੁੰਦਾ 225, ਅਤੇ ਇਹਦਾ ਉੱਤਰ ਆ ਜਾਏਗਾ 15। ਤਾਂ 15 ਕੀ ਹੈ? ਇੱਕ ਪ੍ਰਮੇय ਸੰਖਿਆ ਹੈ, ਅਤੇ ਇਹ ਪ੍ਰਮੇय ਸੰਖਿਆ ਹੈ। ਇਸੇ ਤਰ੍ਹਾਂ ਹੀ ਜਿਵੇਂ ਵਰਗਮੂਲ 4, ਵਰਗਮੂਲ 9, ਵਰਗਮੂਲ 1, ਇਹ ਸਾਰੀ ਪ੍ਰਮੇय ਹੈ ਕਿਉਂਕਿ ਇਹਨਾਂ ਨੂੰ ਸੇਮ ਰਕਮ ਨਾਲ ਗੁਣਾ ਕਰਕੇ ਬਣੀਆਂ ਹੁੰਦੀਆਂ। ਲੇਕਿਨ ਇਸ ਤੋਂ ਇਲਾਵਾ ਜਿਹੜੀ ਬਾਕੀ ਸੰਖਿਆਵਾਂ ਹੋਣਗੀਆਂ, ਜਿਵੇਂ ਕਿ ਵਰਗਮੂਲ 15, ਵਰਗਮੂਲ 18, ਇਹ ਕੋਈ ਵੀ ਪ੍ਰਮੇय ਨਹੀਂ ਹੋਏਗੀ ਕਿਉਂਕਿ ਕੋਈ ਵੀ ਸੇਮ ਰਕਮ ਨੂੰ ਸੇਮ ਰਕਮ ਨਾਲ ਗੁਣਾ ਕਰਕੇ ਨਹੀਂ ਬਣਦੀਆਂ। ਉਸੇ ਤਰ੍ਹਾਂ ਨੈਕਸਟ ਹੈ 1.47 ਬਾਰ। ਜਿੱਥੇ ਵੀ ਤੁਹਾਨੂੰ ਬਾਰ ਦਿਖ ਗਿਆ ਆਹ ਵਾਲੀ ਲਾਈਨ, ਤਾਂ ਇਹ ਸਾਰੀਆਂ ਹੀ ਪ੍ਰਮੇय ਸੰਖਿਆਵਾਂ ਹੁੰਦੀਆਂ ਹਨ। ਇਹਦਾ ਮਤਲਬ ਇਹ ਜਿਹੜੇ ਅੱਖਰ ਉੱਤੇ ਬਾਰ ਹੁੰਦਾ ਉਹਦਾ ਮਤਲਬ ਕੀ ਹੁੰਦਾ ਹੈ ਕਿ ਉਹ ਅੱਖਰ ਬਾਰ ਜਿਹੜਾ ਹੈ ਤੁਹਾਡਾ ਰਿਪੀਟ ਹੋ ਰਿਹਾ। 7 7 7 ਖਤਮ ਨਹੀਂ ਹੁੰਦਾ ਇਹ। ਤਾਂ ਇਹੋ ਜਿਹੀ ਸਾਰੀ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਪ੍ਰਮੇय ਰੈਸ਼ਨਲ ਨੰਬਰ ਹੁੰਦੀਆਂ ਨੇ। ਪ੍ਰਮੇय ਸੰਖਿਆ ਦਾ ਮਤਲਬ ਇੰਗਲਿਸ਼ ਮੀਡੀਅਮ ਵਾਲਿਆਂ ਲਈ ਰੈਸ਼ਨਲ ਨੰਬਰ, ਇਹ ਧਿਆਨ ਰੱਖਣਾ ਹੈ। ਦੂਸਰੀ ਕਿਸਮ ਹੁੰਦੀ ਹੈ ਰੈਸ਼ਨਲ ਨੰਬਰ ਪੁਆਇੰਟਾਂ ਦੇ ਵਿੱਚ ਬਾਰ ਵਾਲੀਆਂ। ਹੁਣ ਥਰਡ ਦੇਖੋ, ਇਹ ਖ਼ਤਮ ਨਹੀਂ ਹੋ ਰਹੀ ਅਤੇ ਇਹਦੇ ਵਿੱਚ ਕੋਈ ਅਕਸ਼ਰ ਰਿਪੀਟ ਵੀ ਨਹੀਂ ਹੋ ਰਿਹਾ, ਇਹਦੇ ਵਿੱਚ ਕੋਈ ਅਕਸ਼ਰ ਰਿਪੀਟ ਵੀ ਨਹੀਂ ਹੋ ਰਿਹਾ, ਨਾ ਹੀ ख़त्म हो रही है, ना ही कोई अक्षर रिपीट हो रहा है। जिवें 0 1 का सैट है, फिर 0 0 1 का सैट है, फिर 0 0 1 का सैट है। तो मतलब कोई भी प्रॉपर सैट रिपीट नहीं हो रहा। तो इस करके खाली ये वाली संख्यावां किहड़ियां हुंदियां ने? अप्रमेय। तो प्रमेय संख्या नहीं है, ये अप्रमेय है, इरैशनल। इस तरह की संख्यावां किहड़ियां हुंदियां ने? इरैशनल। प्रमेय संख्यावां डैश ते डैश हुंदियां ने। प्रमेय संख्यावां शांत ਅਤੇ ਜਾਂ ਸ਼ਾਂਤ ਹੁੰਦੀਆਂ ਨੇ ਜਾਂ ਅਸ਼ਾਂਤ ਆਵਰਤੀ ਹੁੰਦੀਆਂ ਹਨ। ਰੈਸ਼ਨਲ ਨੰਬਰਸ ਕੈਨ ਬੀ ਟਰਮੀਨੇਟਿੰਗ ਐਂਡ ਨॉन टर्मिनेटिंग बट रिपीटिंग। नॉन टर्मिनेटिंग बट रिपीटिंग। ਇਹਦੇ ਵਿੱਚ ਕੀ ਗੱਲ ਹੈ ਬੇਟੇ? ਦੇਖੋ ਸ਼ਾਂਤ ਕਿਹੜੀਆਂ ਹੁੰਦੀਆਂ? ਜਿਵੇਂ 1.2 ਇਹ ਸ਼ਾਂਤ ਹੈ, ਖ਼ਤਮ ਹੋ ਗਈ। ਅਤੇ ਇਹ ਤਾਂ ਸਾਰੀਆਂ ਪ੍ਰਮੇय ਹੋਣਗੀਆਂ। ਇੱਕ ਬਾਰ ਵਾਲੀਆਂ ਪ੍ਰਮੇय ਹੋਣਗੀਆਂ ਜਿਹਦੇ ਉੱਤੇ ਬਾਰ ਲੱਗਿਆ ਹੋਵੇ ਜਾਂ ਰਿਪੀਟ ਹੁੰਦਾ ਹੋਵੇ। 1.2 2 2 2 ਜਾਂ 2 3 2 3 2 3 ਕਰ ਸਕਦੇ। ਕੋਈ ਵੀ ਸੈੱਟ ਅੱਖਰ ਜਿਹੜਾ ਰਿਪੀਟ ਹੁੰਦਾ ਹੋਵੇ, ਤਾਂ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਪ੍ਰਮੇय ਸੰਖਿਆਵਾਂ ਜਾਂ ਤਾਂ ਸ਼ਾਂਤ ਹੁੰਦੀਆਂ ਨੇ ਜਿਹੜੀ ਖ਼ਤਮ ਹੋ ਜਾਂਦੀਆਂ ਨੇ, ਜਿਹੜੀਆਂ ਰਿਪੀਟ ਹੁੰਦੀਆਂ ਰਹਿੰਦੀਆਂ ਨੇ ਪਰ ਸੈੱਟ ਨਾ ਕੋਈ ਸੈੱਟ ਰਿਪੀਟ ਹੁੰਦਾ ਰਹੇਗਾ। ਅਪਰਮੇय ਸੰਖਿਆਵਾਂ ਇੱਕ ਤਾਂ ਅਸ਼ਾਂਤ ਹੁੰਦੀਆਂ ਨੇ ਅਤੇ ਅਣਆਵਰਤੀ ਵੀ ਹੁੰਦੀਆਂ ਨੇ। ਅਣਆਵਰਤੀ। irrational numbers are always non terminating, non repeating and non repeating ਹੁੰਦੀਆਂ ਨੇ। ਨਾ ਹੀ ਰਿਪੀਟ ਹੁੰਦੀਆਂ ਨੇ ਅਤੇ ਨਾ ਹੀ ਖ਼ਤਮ ਹੁੰਦੀਆਂ ਨੇ। ਇਜ਼ ਇਟ ਓਕੇ? ਵਰਗਮੂਲ ਦੇ ਵਿੱਚ ਕੋਈ ਵੀ ਸੰਖਿਆ ਜਿਹਦੇ ਨਾਲ ਮਾਈਨਸ ਲੱਗਿਆ ਹੋਵੇ, ਐਨ ਜਿਹੜਾ ਨੈਚੁਰਲ ਨੰਬਰ ਹੋਵੇ, ਤਾਂ ਪ੍ਰਮੇय ਸੰਖਿਆ ਨਹੀਂ ਹੁੰਦੀ ਕਦੇ ਵੀ। ਇਹ ਨਾ ਪ੍ਰਮੇय ਹੁੰਦੀ ਹੈ, ਨਾ ਹੀ ਇਹ ਨੈਚੁਰਲ ਨੰਬਰ ਹੁੰਦਾ ਕੋਈ ਵੀ। ਜਿਵੇਂ ਕਿ ਵਰਗਮੂਲ -2 ਇਹ ਪ੍ਰਮੇय ਨਹੀਂ ਹੋਊਗੀ। ਵਰਗਮੂਲ -3 ਇਹ ਪ੍ਰਮੇय ਨਹੀਂ ਹੋਊਗੀ। ਹਾਂ, ਮਾਈਨਸ ਵਰਗਮੂਲ 3 ਪ੍ਰਮੇय ਹੋਊਗੀ, ਮਾਈਨਸ ਵਰਗਮੂਲ 2 ਪ੍ਰਮੇय ਹੋਊਗੀ, ਪਰ ਮਾਈਨਸ ਵਰਗਮੂਲ ਦੇ ਅੰਦਰ ਮਾਈਨਸ ਆ ਗਿਆ, ਇਹ ਪੋਸੀਬਲ ਨਹੀਂ ਹੈ। ਇਹ ਚੀਜ਼ ਸੰਭਵ ਨਹੀਂ ਹੈ, ਤਾਂ ਇਹ ਪ੍ਰਮੇय ਨਹੀਂ ਹੁੰਦੀਆਂ। ਨੈਕਸਟ ਹੈ ਬੜਾ ਇੰਪੋਰਟੈਂਟ, ਏ ਦੀ ਘਾਤ 0। ਕਿਸੇ ਵੀ ਰਕਮ ਦੀ ਸਿਰ ਦੇ ਉੱਤੇ ਘਾਤ 0 ਆ ਗਈ ਤਾਂ ਉਹਦਾ ਮੁੱਲ ਕਿੰਨਾ ਹੁੰਦਾ ਹੈ? 1। ਜਿਵੇਂ ਕਿ ਤੁਹਾਨੂੰ ਪੁੱਛਿਆ ਜਾਏਗਾ 5 ਦੀ ਘਾਤ 0 ਦਾ ਮੁੱਲ ਦੱਸੋ, ਤੁਸੀਂ ਲਿਖ ਦੋਗੇ 1। ਇੱਦਾਂ ਪੁੱਛਿਆ ਜਾਏਗਾ 2 ਦੀ ਘਾਤ 0 + 3 ਦੀ ਘਾਤ 0 ਦਾ ਉੱਤਰ ਕਿੰਨਾ ਹੋਏਗਾ? ਤੁਸੀਂ 1 + 1 ਲਿਖ ਦੋਗੇ, 2 ਆ ਜਾਏਗਾ। ਇਸ ਤਰ੍ਹਾਂ ਦੇ ਕੁਛ ਵੀ ਸਵਾਲ, ਜਾਂ ਕਿਸੇ ਤਰ੍ਹਾਂ 1 2 3 ਦੇ ਸਿਰ ਦੇ ਘਾਤ ਦੇ ਉੱਤੇ ਕੀ ਪਾ ਦੋਗੇ? 0।
ਤਾਂ ਇਸ ਤਰ੍ਹਾਂ ਕੋਈ ਰਕਮ ਬ੍ਰੈਕਟ ਦੇ ਵਿੱਚ ਹੋਣ, ਬ੍ਰੈਕਟ ਦੇ ਉੱਪਰ ਘਾਤ 0 ਆ ਗਈ ਤੇ ਇਹਦਾ ਉੱਤਰ ਸਿੱਧਾ 1 ਲਿਖ ਦੇਣਾ ਹੈ ਤੁਸੀਂ। ਇਸੇ ਤਰ੍ਹਾਂ ਇਹ ਫਾਰਮੂਲੇ ਜਿਹੜੇ 4 ਨੰਬਰ 'ਚ ਆ ਜਾਂਦੇ, a ਦੀ ਘਾਤ m ਗੁਣਾ a ਦੀ ਘਾਤ n, ਇਹਨਾਂ ਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਹੈ। ਘਾਤ ਕਿਹੜੀ ਹੈ? m ਤੇ n। ਹੁਣ ਤੁਸੀਂ ਦੇਖੋਗੇ ਨੀਚੇ ਵਾਲੇ ਅਕਸ਼ਰ ਸੇਮ ਨੇ, ਉੱਪਰ ਡਿਫਰੈਂਟ ਨੇ, ਤੇ ਇਹਦਾ ਉੱਤਰ ਕੀ ਆਏਗਾ? a ਦੀ ਘਾਤ m ਜਮਾ n। ਇਸੇ ਤਰ੍ਹਾਂ ਹੀ ਡਿਵਾਈਡ ਦਾ ਇੱਦਾਂ ਲਿਖਿਆ ਆ ਸਕਦਾ ਜਾਂ ਵਿਚਕਾਰ ਭਾਗ ਦਾ ਨਿਸ਼ਾਨ ਆਏਗਾ। ਇੱਥੇ ਗੁਣਾ ਸੀ, ਇੱਥੇ ਕੀ ਹੈ? ਭਾਗ। ਤੇ ਇਹਦਾ ਉੱਤਰ ਕੀ ਹੋਏਗਾ? a ਦੀ ਘਾਤ m ਚੋਂ ਕੀ ਘਟਾ ਦੇਣਾ ਹੈ? n। ਉਸ ਤੋਂ ਬਾਅਦ a ਦੀ ਘਾਤ ਮਾਈਨਸ m ਹੈ, ਤਾਂ ਕਿਸੇ ਵੀ ਰਕਮ ਦੇ ਸਿਰ ਦੇ ਉੱਤੇ ਘਾਤ ਜਦੋਂ ਮਾਈਨਸ ਹੋਵੇ ਤਾਂ ਸੋਲਵ ਨਹੀਂ ਕੀਤਾ ਜਾ ਸਕਦਾ, ਤਾਂ ਉਹਨੂੰ a ਲਿਖ ਕੇ ਪਹਿਲਾਂ ਉਹਦੀ ਘਾਤ ਨੂੰ ਪੋਜ਼ੀਟਿਵ ਬਣਾ ਦੇਣਾ, ਮਾਈਨਸ ਨੂੰ ਜਮਾ 'ਚ। ਜਿਵੇਂ ਕਿ ਜਿਵੇਂ ਲਿਖ ਲਓ 2 ਦੀ ਘਾਤ -3 ਹੈ, ਇਹਨੂੰ ਹੱਲ ਕਰੋ ਤਾਂ ਤੁਸੀਂ ਕੀ ਕਰਨਾ? ਸਭ ਤੋਂ ਪਹਿਲਾਂ 1/2 ਲਿਖ ਲੈਣਾ ਇਹਨੂੰ, ਦੀ ਘਾਤ 3। ਫਿਰ 1/2 ਨੂੰ ਕਿੰਨੀ ਵਾਰ ਲਿਖ ਲਓਗੇ ਤੁਸੀਂ? 3 ਵਾਰੀ। ਇਸ ਤਰ੍ਹਾਂ ਤੁਸੀਂ ਸਵਾਲ ਸੋਲਵ ਕਰ ਦੇਣਾ। ਉੱਪਰ ਵਾਲੀਆਂ ਰਕਮਾਂ ਉੱਪਰ ਵਾਲੀਆਂ ਨਾਲ ਗੁਣਾ, ਥੱਲੇ ਵਾਲੀ ਨਾਲ ਗੁਣਾ, ਤੇ ਇਹਦਾ ਉੱਤਰ ਆ ਜਾਏਗਾ 1/2 ਦੂਣੀ 4, 4 ਦੂਣੀ 8। ਇਜ਼ ਇਟ ਓਕੇ? ਤਾਂ ਇਸ ਤਰ੍ਹਾਂ ਅਗਲਾ ਹੈ ਗੁਣਾਂਕ ਪਤਾ ਕਰੋ। ਗੁਣਾ ਵਾਲਾ ਅੰਕ, ਗੁਣਾਂਕ ਦਾ ਮਤਲਬ ਹੀ ਦੇਖੋ ਇੱਥੇ 3 ਟਰਮਸ ਨੇ, ਟਰਾਈਨੋਮੀਅਲ ਹੈ, ਇੱਕ ਰਕਮ, ਇਹ ਦੂਜੀ ਰਕਮ, ਇਹ ਤੀਜੀ ਰਕਮ। ਜਿਹੜੀ ਪਲੱਸ ਮਾਈਨਸ ਨਾਲ ਅਲੱਗ ਹੋਈਆਂ ਹੋਣ ਉਹ ਟਰਮਸ ਅਲੱਗ-ਅਲੱਗ ਮੰਨੀਆਂ ਜਾਂਦੀਆਂ। ਇਹ ਪਹਿਲੀ ਟਰਮ, ਦੂਜੀ ਟਰਮ, ਤੀਜੀ ਟਰਮ। 3 ਟਰਮਸ ਵਾਲੀ ਰਕਮ ਹੈ, ਇਹਨੂੰ ਕਹਿੰਦੇ ਟਰਾਈਨੋਮੀਅਲ, 3 ਪਦੀ। ਇਹ ਟਰਾਈਨੋਮੀਅਲ ਹੈ, 3 ਪਦੀ। ਹੁਣ ਉਹਨੇ ਸਾਨੂੰ ਪੁੱਛੋ ਕਿਹਦਾ ਗੁਣਾਂਕ ਪਤਾ ਕਰਨ ਨੂੰ ਕਿਹਾ? ਵਾਈ ਸਕੁਏਅਰ ਦਾ, ਵਾਈ ਦਾ ਨਹੀਂ, ਵਾਈ ਸਕੁਏਅਰ ਦਾ। ਤੁਸੀਂ ਵਾਈ ਸਕੁਏਅਰ ਵਾਲੀ ਟਰਮ ਲੱਭ ਲਈ, ਕਿਹੜੀ ਹੈ? ਪਲੱਸ ਵਾਈ ਸਕੁਏਅਰ। ਹੁਣ ਵਾਈ ਸਕੁਏਅਰ ਨੂੰ ਛੱਡਦੇ ਤੁਹਾਨੂੰ ਕੀ ਨਜ਼ਰ ਆ ਰਿਹਾ? ਖਾਲੀ ਪਲੱਸ। ਖਾਲੀ ਪਲੱਸ ਤਾਂ ਉੱਤਰ ਹੋਏਗਾ ਨਹੀਂ, ਇਹਦਾ ਮਤਲਬ ਇਹਦੇ ਕੋਲ ਕੀ ਹੈ? 1। ਤਾਂ ਵਾਈ ਸਕੁਏਅਰ ਦਾ ਗੁਣਾਂਕ ਕਿੰਨਾ ਹੋਏਗਾ? +1। ਇਸੇ ਤਰ੍ਹਾਂ ਹੀ ਤੁਸੀਂ ਇਹਦੇ ਵਿੱਚ ਦੇਖੋ ਵਾਈ ਸਕੁਏਅਰ ਨੂੰ ਛੱਡ ਕੇ ਤੁਹਾਨੂੰ ਕੀ ਨਜ਼ਰ ਆ ਰਿਹਾ? ਖਾਲੀ ਮਾਈਨਸ। ਆਹ ਵਾਲੀ ਟਰਮਸ ਛੱਡ ਹੀ ਦੇਣੀ ਨੇ, ਵਾਈ ਵਾਲੀ ਹੈ, ਇਹ 2 ਹੈ, ਇਹ ਛੱਡ ਦੇਣੀ ਹੈ। ਤਾਂ ਵਾਈ ਸਕੁਏਅਰ ਛੱਡ ਕੇ ਤੁਹਾਨੂੰ ਮਾਈਨਸ ਨਜ਼ਰ ਆ ਰਿਹਾ, ਤਾਂ ਮਾਈਨਸ ਖਾਲੀ ਉੱਤਰ ਨਹੀਂ ਹੋਏਗਾ, ਜਿਹਦੇ ਕੋਲ ਕੁਛ ਨਹੀਂ ਹੋਊਗਾ ਨਾਲ -1 ਲਗਾ ਦੇਣਾ। ਇਸੇ ਤਰ੍ਹਾਂ ਹੀ ਉਹਨੇ ਕਿਹਾ ਵਾਈ ਦਾ ਗੁਣਾਂਕ ਦੱਸੋ। ਤੁਸੀਂ ਵਾਈ ਦਾ ਟਰਮ ਦੇਖ ਲੈਣੀ ਹੈ, ਵਾਈ ਵਾਲੀ ਬਾਕੀਆਂ ਛੱਡ ਦੇਣੀਆਂ ਨੇ, ਬਾਕੀਆਂ 'ਤੇ ਕ੍ਰੋਸ ਮਾਰ ਦੇਣਾ। ਤੇ ਵਾਈ ਵਾਲੀ ਟਰਮ ਨੂੰ ਛੱਡ ਕੇ ਕੀ ਨਜ਼ਰ ਆ ਰਿਹਾ? ਖਾਲੀ ਮਾਈਨਸ। ਤਾਂ ਮਾਈਨਸ ਖਾਲੀ ਉੱਤਰ ਨਹੀਂ ਹੋਏਗਾ, -1 ਲਿਖ ਦੇਣਾ ਹੈ। ਇਸੇ ਤਰ੍ਹਾਂ ਹੀ ਤੁਹਾਨੂੰ ਇੱਦਾਂ ਵੀ ਆ ਸਕਦਾ 2 ਮਾਈਨਸ ਵਾਈ ਸਕੁਏਅਰ ਦਾ ਗੁਣਾਂਕ ਦੱਸੋ, ਜਾਂ 3 ਵਾਈ ਸਕੁਏਅਰ ਦਾ ਗੁਣਾਂਕ ਦੱਸੋ। ਤਾਂ ਤੁਸੀਂ 3 ਵਾਈ ਸਕੁਏਅਰ ਦਾ ਗੁਣਾਂਕ ਕੀ ਹੋਏਗਾ? ਵਾਈ ਸਕੁਏਅਰ ਨੂੰ ਛੱਡਦੇ ਕੀ ਨਜ਼ਰ ਆ ਰਿਹਾ? 3। ਤਾਂ ਵਾਈ ਸਕੁਏਅਰ ਦਾ ਗੁਣਾਂਕ ਕਿੰਨਾ ਆ ਜਾਏਗਾ? 3 ਲਿਖ ਦੋਗੇ ਤੁਸੀਂ। ਤੇ PA(f(x) ਇੱਦਾਂ ਆਏਗਾ, ਸਿਫਰ ਪਤਾ ਕਰੋ। ਕਿਸੇ ਵੀ ਰਕਮ ਦੀ, ਕਿਸੇ ਵੀ ਪੋਲੀਨੋਮੀਅਲ ਦੀ ਸਿਫਰ ਪਤਾ ਕਰਨੀ ਹੈ ਤਾਂ ਜਿਹੜੀ P(x) ਆ ਉਹਨੂੰ 0 ਦੇ ਬਰਾਬਰ ਭਰ ਦੇਣਾ। ਮਤਲਬ 9x ਜਮਾ 4 ਨੂੰ ਕਿਹਦੇ ਬਰਾਬਰ ਭਰ ਦੇਣਾ ਹੈ? 0 ਦੇ। ਤਾਂ ਤੁਸੀਂ x ਦਾ ਮੁੱਲ ਪਤਾ ਕਰਨਾ ਹੁੰਦਾ ਹੈ। x ਕਿੰਨਾ ਆਏਗਾ? x ਸਿੱਧਾ ਹੀ ਤੁਸੀਂ ਦੇਖ ਲੈਣਾ ਹੈ 0 ਤੇ 9x + 4, ਇੱਕ +4 ਹੈ ਤੁਹਾਡੇ ਕੋਲ, ਇਹਦਾ ਨਿਸ਼ਾਨ ਉਲਟਾ ਕਰਕੇ ਬਟਾ ਪਾ ਕੇ ਜਿਹੜੀ x ਦੇ ਨਾਲ ਰਕਮ ਹੈ, ਜਿਹਦੇ ਵਿਚਕਾਰ x ਤੇ ਇਹਦੇ ਵਿਚਕਾਰ ਕੋਈ ਨਿਸ਼ਾਨ ਨਹੀਂ, /9। ਇਸੇ ਤਰ੍ਹਾਂ ਹੀ ਦੇਖੋ 2x - 5 ਇੱਦਾਂ ਸਿਫਰ ਹੈ, ਪਤਾ ਕਰੋ। ਇਹਨੂੰ ਇਹਦੇ ਬਰਾਬਰ 0 ਭਰ ਲਿਆ ਅਤੇ x ਦੀ ਮੁੱਲ ਕਿੰਨਾ ਆਏਗਾ? ਇਹ -5 ਹੈ, -5 ਦਾ ਤੁਸੀਂ ਕਰ ਦੇਣਾ ਹੈ, ਤਾਂ x ਦਾ ਮੁੱਲ ਕਿੰਨਾ ਆਏਗਾ? -5 ਦਾ ਕੀ ਬਣਾ ਦੇਣਾ ਤੁਸੀਂ? ਜਮਾ 5, ਅਤੇ ਬਟਾ ਪਾ ਕੇ ਕੀ ਲਿਖ ਦੇਣਾ? ਜਿਹੜੇ x ਦੇ ਨਾਲ ਵਾਲੀ ਰਕਮ ਹੈ 2 ਹੈ, ਤਾਂ 2 ਪਾ ਦੇਣਾ। ਇਜ਼ ਇਟ ਓਕੇ? ਆਹ ਦੇਖੋ ਨੈਕਸਟ ਕੁਐਸਚਨ ਦੇ ਵਿੱਚ ਮੈਂ 3 ਟਰਮਸ ਲਿਖੀਆਂ ਨੇ। x ਦੀ ਘਾਤ 2/4 ਜਮਾ x ਦੀ ਘਾਤ x ਜਮਾ x ਦੀ ਘਾਤ -1 x ਜਮਾ ਵਰਗਮੂਲ x। ਕਹਿੰਦਾ ਦੱਸੋ ਕਿਹੜੀ ਪੋਲੀਨੋਮੀਅਲ ਹੈ ਇਹਨਾਂ 'ਚੋਂ, ਕਿਹੜੀ ਨਹੀਂ ਹੈ। ਤਾਂ ਕਿਵੇਂ ਆਈਡੈਂਟੀਫਾਈ ਹੁੰਦਾ ਕਿਹੜੀ ਰਕਮ ਬਹੁਪਦ ਹੈ ਜਾਂ ਨਹੀਂ ਹੈ? ਜਿਹਦੇ ਵਿੱਚ ਜਿਹੜੀ x ਵਾਲੀ ਟਰਮ ਹੈ ਜਾਂ y ਵਾਲੀ ਜਾਂ ਕਿਹੜੀ ਵੀ ਹੈ, ਉਹਦੇ ਉੱਤੇ ਵਰਗਮੂਲ ਆ ਗਿਆ, ਉਹਦੇ ਉੱਤੇ ਮਾਈਨਸ ਦਾ ਨਿਸ਼ਾਨ ਆ ਗਿਆ, ਜਾਂ ਉਹਦੇ ਉੱਤੇ ਬਟਾ ਵਾਲੀ ਰਕਮ ਆ ਗਈ। ਦੇਖੋ ਤਿੰਨਾਂ ਦੇ ਵਿੱਚ ਹੈਗਾ ਨਾ, ਇਹ ਤਿੰਨੇ ਹੀ ਬਹੁਪਦ ਨਹੀਂ ਹੈ। ਨਾ ਹੀ x ਦੀ ਘਾਤ ਬਟੇ 'ਚ ਹੋਣੀ ਚਾਹੀਦੀ ਹੈ, ਨਾ ਹੀ x ਦੀ ਘਾਤ, ਕਿਉਂਕਿ ਜੇ ਇਹਨੂੰ ਕੱਟਦੇ ਵੀ ਹੈ ਤਾਂ ਵੀ 1/2 ਹੀ ਬਚਦਾ। ਤਾਂ ਨਾ ਹੀ x ਦੀ ਘਾਤ ਮਾਈਨਸ 'ਚ, ਨਾ ਹੀ x ਵਾਲੀ ਰਕਮ ਉੱਤੇ ਵਰਗਮੂਲ ਆਉਣਾ ਚਾਹੀਦਾ। ਜਿਵੇਂ ਕਿ ਜਾਂ ਇਹ ਵਾਲੀ ਹੋ ਸਕਦੀ ਹੈ ਟਰਮ, ਇਹ ਬਹੁਪਦ ਹੈ ਕਿਉਂਕਿ ਇਹਦੇ ਵਿੱਚ x ਵਾਲੀ ਜਿਹੜੀ ਅਚਲ ਉਹਦੇ ਉੱਤੇ ਨਹੀਂ, ਨੰਬਰ ਦੇ ਉੱਤੇ ਹੈ ਵਰਗਮੂਲ, ਇਹ ਬਹੁਪਦ ਹੈ। ਇਸੇ ਤਰ੍ਹਾਂ ਹੀ x ਦੀ ਘਾਤ 8/2 ਲਿਖਿਆ ਹੋਵੇ, ਇਹ ਬਹੁਪਦ ਹੈ ਕਿ ਨਹੀਂ? ਇਹ ਬਹੁਪਦ ਹੈ। x ਇਹ ਦੇਖੋ 4 ਬਣ ਜਾਣਾ, x ਦੀ ਘਾਤ 4 ਬਣ ਜਾਣੀ ਹੈ, ਨੈਚੁਰਲ ਨੰਬਰ ਆ ਜਾਣਾ। ਨਾ ਇਹ ਮਾਈਨਸ 'ਚ ਹੈ ਅਤੇ ਨਾ ਹੀ ਇਹ ਬਟੇ ਦੇ ਵਿੱਚ ਹੈ, ਠੀਕ ਹੈ, ਨਾ ਹੀ ਇਹਦੇ ਉੱਤੇ ਵਰਗਮੂਲ ਹੈ, ਅਤੇ ਇਹ ਵੀ ਬਹੁਪਦ ਹੈ।
पर ये तिन्ने ही बहुपद नहीं है। उस तो बाद इदां दा सवाल आऊगा, इस तरह सवाल आ सकता है जिहदे विच अगे पिछे वाली रकमां दोनों ब्रैकेटां 'च सेम ने, एक दे विचकार माइनस एक दे विचकार प्लस है। तुसीं चुपचाप की कर देना, पहली रकम नूं पहली रकम नाल गुणा, 5 नूं 5 नाल गुणा, माइनस करके फिर माइनस का निशान ही पाना हमेशा, तो पिछली रकम नूं पिछली रकम नाल गुणा, पिछली रकम वर्गमूल 3 सी, तो यदा उत्तर की आएगा 5 5 25 माइनस वर्गमूल 3 नूं 3 नाल गुणा करके की आया 3, तो कितना आ गया 22। इसी तरह ही अगे देखो, अगे वाली रकमां, इसी तरह ही दूसरी दे विच देखो, अगली रकम सेम है दोनों ब्रैकेटां दे विच, पिछली रकम भी सेम है, विचकार सिर्फ प्लस ते माइनस का फर्क है। इनू उत्तर किवें लिखांगे तुसीं, पहली रकम नूं पहली रकम नाल गुणा, फिर माइनस पाना हमेशा, फिर पिछली रकम नूं पिछली रकम नाल गुणा, तो उत्तर की आ जाएगा 7 माइनस वर्गमूल वाली सेम रकम नूं सेम रकम नाल गुणा करके वही उत्तर आ जाता 3। हुण इहदे विच 5 सीगा, वर्गमूल नहीं सी, तो 5 गुणा 5 लिखता 25 आ गया, लेकिन जे ही ये वर्गमूल हुंदा तो 5 लिख देना सी मैं इत्थे। इसी तरह ये तो देख के एक सूत्र पता लगता है, ए जमा बी, तो ए माइनस बी का सूत्र की हुंदा है ए स्क्वेयर माइनस बी स्क्वेयर। ये वेरी वेरी इंपॉर्टेंट है, इनू ध्यान रखना। उस तो बाद इदा का सवाल आ सकता है कि पी ऑफ एक्स जे एक्स क्यूब हो तो पी 2 पता करो, एक्स की थां ते की भरना 2, इत्थे देखो पी ऑफ एक्स दिता सी, इत्थे 2 है, तो तुसीं 2 भर के आंसर कर देना, एक्स की थां ते 2 भर के, एक्स की थां ते 2 भर देना, 2 की घात 3, 2 नूं मतलब कितनी बार लिखना 3 बार, कितना उत्तर आ गया 8। उस तो बाद पूछता है कि एक्स माइनस वाई बराबर 2 द ग्राफ किहड़े पॉइंट चों पास करता है। इन्हां पॉइंट 4 ऑप्शनस आउणगीआं, एक्स माइनस 2 का लेख किस बिंदु तो लंघदा है। ये आपां नूं किवें, बड़ा ईजी है, किहड़ी 2 रकमां नूं घटा के अंतर 2 आंदा, देखो 2 चों 3 घटा के 2 नहीं आंदा, 5 चों 3 घटा के 2 आ रहा, 3 चों 5 घटा के भी 2 नहीं आंदा क्योंकि माइनस 2 आंदा, 3 माइनस 5। पहली रकम नूं एक्स कहा जाता, हमेशा याद रखना, पहली रकम नूं एक्स की थां ते दूजी रकम नूं वाई की थां ते भरिया जाता है। तो 5 माइनस 3, तो यदा मतलब ये लेख कितों लंघदा 5 3 दे विचों। इस तरह तुहानूं कोई भी रकम पूछी जा सकती है। उस तो बाद मूल बिंदु के निर्देशांक 0 0 हमेशा याद रखने हैं, जिथे खड़वी रेखा तो लेटवी रेखा दोनों कटते हैं, एक्स एक्सिस हॉरिजोंटल लाइन, ये हॉरिजोंटल एक्स एक्सिस होंदी है, ये वाई धुरा वाई एक्सिस, ये दोनों जिथे कटते हैं वो किहड़ा पॉइंट हुंदा मूल बिंदु, जिहदे निर्देशांक की हुंदे ने 0 0, ओरिजन नूं ओ लिखिया जाता है। तो ये निर्देशांक का मतलब की हुंदा है कि यह एक्स तो वाई दोनों ते पोजीशन दस रहा है। मूल बिंदु के निर्देशांक 0 0 हुंदे हन। कोआर्डीनेट्स ऑफ ओरिजन, कोआर्डीनेट्स ऑफ पॉइंट ऑन एक्स एक्सिस, जिहड़ा भी पॉइंट एक्स एक्सिस से हुंदा है मतलब लेटवी रेखा ते हॉरिजोंटल लाइन ते, वो हमेशा ही इस तरह की फॉर्म च होएगा एक्स 0, जिमें कि इनू इदां आ सकता कि 2 0 किहड़ी एक्सिस से है, किहड़े धुरे ते है, तुसीं दस दोगे भी ये तो जी एक्स एक्सिस से है, ठीक है ना। तो इदे 5 0 पूछा जाऊगा, माइनस 5 0 पूछा जा सकता है, तुसीं कह देना जी ये पिछला 0 है, तो यदा मतलब अगे वाला रकम की वैल्यू हैगी, यदा मतलब एक्स एक्सिस से। इसी तरह ही वाई धुरे ते पूछा जा सकता है, वो निर्देशांक होंगे 0 वाई, मतलब इदा पूछा जा सकता है 0 2 किहड़े एक्सिस से है, तुसीं कह देना जी वाई एक्सिस से। 0 माइनस 5 किहड़े एक्सिस से है जी, दसो किहड़े धुरे ते है, तुसीं कह देना जी वाई ते। तो 0 0 वाई इज इट ओके। 3 ते 4 का भुज दसो, अगे वाली रकम भुज पिछली कोटी, ये याद रखना, अगे वाली नूं भुज पिछली कोटी, अगे वाली नूं एब्सीसा, पिछे वाली नूं ऑर्डीनेट कहा जाता है। ऑर्डीनेट कितना हो गया 4, एब्सीसा कितना हो गया 3, अगे वाली भुज पिछे वाली कोटी। 3 4 की वाई धुरे तो दूरी, जो असी वाई धुरे तो दूरी पता करनी है तो असी एक्स वाला निर्देशांक लिख देना 3, जो असी एक्स धुरे तो दूरी पता करनी है तो वाई पिछले वाला अंक लिख देना है। ये उल्टा लिखना ध्यान नाल, वाई धुरे तो दूरी तो अगे वाला अंक, एक्स धुरे तो दूरी तो पिछले वाला अंक लिख देना है। इज इट ओके। इदा इंग्लिश मीडियम वाले भी, डिस्टेंस फ्रॉम वाई एक्सिस 3 एंड डिस्टेंस फ्रॉम एक्स एक्सिस इज 4। एक्स है तो पहला अक्षर एक्स होंदा, एक्स का छड्ड के वाई का लिख देना। ये चीज़ों को ध्यान दे विच रखना है तुसीं।